ਤੇ ਸਾਧ ਸੰਗਤ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਸਰਵਣ ਕੀਤਾ ਹੈ ਇਸ ਸਥਾਨ ਦੇ ਉੱਪਰ, ਜਿਸ ਦੀ ਆਪਾਂ ਹਰ ਰੋਜ਼ ਵਿਚਾਰ ਕਰਦੇ ਹਾਂ, ਉੱਥੇ ਹੀ ਅੱਜ ਇੱਕ ਬੜਾ ਮਹਾਨ ਦਿਹਾੜਾ ਹੈ, ਮੀਰੀ ਪੀਰੀ ਦਾ ਦਿਹਾੜਾ। ਇਹ ਮੀਰੀ ਪੀਰੀ ਦੇ ਬਾਰੇ ਸਾਧ ਸੰਗਤ ਜਦੋਂ ਆਪਾਂ ਵਿਚਾਰ ਕਰਾਂਗੇ, ਅਸਲੀ ਛਵੀ ਜੋ ਹੈ ਨਾ ਸਿੱਖ ਧਰਮ ਦੀ, ਉਹ ਮੇਰੇ ਖਿਆਲ ਦੇ ਨਾਲ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਣ ਦੇ ਨਾਲ ਸਾਹਮਣੇ ਆਉਂਦੀ ਹੈ। ਕਈ ਲੋਕ ਕਹਿ ਦਿੰਦੇ ਆ ਕਿ ਸਿੱਖਾਂ ਨੂੰ ਇਹ ਕਿਰਪਾਨ, ਇਹ ਸ਼ਸਤਰ ਪਹਿਨਣ ਦੀ ਕੀ ਲੋੜ ਹੈ, ਜਦੋਂ ਕਿ ਇੱਕ ਧਾਰਮਿਕ ਅਧਾਰਾ ਹੈ। ਧਰਮ ਦੇ ਮਨੁੱਖਾਂ ਦਾ ਤੇ ਕਾਰਜ ਹੀ ਹੁੰਦਾ ਹੈ ਭਗਤੀ ਕਰਨੀ, ਰੱਬ ਨਾਲ ਜੁੜਨਾ, ਫਿਰ ਇਹ ਸ਼ਸਤਰ ਕਿਉਂ ਪਹਿਨ ਕੇ ਰੱਖਦੇ? ਕੀ ਲੋੜ ਹੈ ਸਿੱਖਾਂ ਨੂੰ ਸ਼ਸਤਰ ਪਹਿਨਣ ਦੀ? ਤੇ ਫਿਰ ਸਾਧ ਸੰਗਤ ਕੁਝ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਧਰਮ ਅਤੇ ਰਾਜਨੀਤੀ ਨੂੰ ਵੱਖ ਕਰ ਦੇਣਾ ਚਾਹੀਦਾ। ਧਰਮ ਤੇ ਰਾਜਨੀਤੀ ਨੂੰ, ਰਾਜਨੀਤੀ ਨੂੰ ਧਰਮ ਦੇ ਵਿੱਚ ਨਹੀਂ ਘੁਸੇੜਨਾ ਚਾਹੀਦਾ, ਇਹਨੂੰ ਵੱਖਰਾ ਕਰ ਦੇਣਾ ਚਾਹੀਦਾ। ਪਰ ਸਾਧ ਸੰਗਤ ਜਦੋਂ ਅਸੀਂ ਦੇਖਦੇ ਹਾਂ ਨਾ ਗੁਰਮਤਿ ਦੇ ਅੰਦਰ ਜਾਂ ਸਿੱਖ ਸਿਧਾਂਤਾਂ ਦੇ ਅੰਦਰ ਇਸ ਗੱਲ ਨੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਚੰਗੇ ਰਾਜ ਦੀ ਗੱਲ ਜਿਹੜੀ ਹੈ ਨਾ ਗੁਰਬਾਣੀ ਦੇ ਵਿੱਚ ਕੀਤੀ ਹੈ। ਇੱਕ ਹਲੀਮੀ ਰਾਜ ਦੀ ਮਹਾਰਾਜ ਨੇ ਗੱਲ ਕੀਤੀ ਹੈ, ਇੱਕ ਬੇਗਮਪੁਰੇ ਦੀ ਗੱਲ ਮਹਾਰਾਜ ਨੇ ਕੀਤੀ ਹੈ ਕਿ ਐਸਾ ਰਾਜ ਜਿਹਦੇ ਵਿੱਚ ਕਿਸੇ ਨੂੰ ਦੁੱਖ ਨਾ ਹੋਵੇ, ਸੰਸਾਰ ਦੇ ਲੋਕ ਸੁਖੀ ਵਸਣ, ਤੇ ਰਾਜਾ ਇਹ ਗੱਲ ਸੋਚੇ ਕਿ ਮੈਂ ਪ੍ਰਜਾ ਦਾ ਜਿਹੜਾ ਉਹ ਸੇਵਕ ਹਾਂ, ਇਹ ਗੱਲ ਸੋਚੇ। ਉਦਾਹਰਨਾਂ ਬੜੀਆਂ ਹਨ। ਆਪਾਂ ਮੀਰੀ ਪੀਰੀ ਦੀ ਆਰੰਭਤਾ ਕਰਨੀ ਹੈ ਸਾਧ ਸੰਗਤ ਕਿ ਮੀਰੀ ਪੀਰੀ ਸ਼ਬਦ ਦੇ ਕੀ ਅਰਥ ਆ, ਤੇ ਮੀਰੀ ਪੀਰੀ ਦਾ ਸਿਧਾਂਤ ਸਿੱਖ ਧਰਮ ਦੇ ਵਿੱਚ ਕਿੰਨੀ ਕੁ ਮਹਾਨਤਾ ਰੱਖਦਾ, ਤੇ ਕੀ ਇਹ ਅੱਜ ਦੇ ਸਮੇਂ ਦੇ ਵਿੱਚ ਪੋਸੀਬਲ ਹੈ, ਕਿ ਇਹ ਅੱਜ ਚੱਲ ਰਿਹਾ ਹੈ ਮੀਰੀ ਪੀਰੀ ਦਾ ਸਿਧਾਂਤ ਸਾਡੇ ਵਿੱਚ? ਇਹ ਵਿਚਾਰ ਆਪਾਂ ਕਰਕੇ ਫਿਰ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਨੀ ਹੈ। ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਕਰੋ ਇਕਾਗਰ, ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧ ਸੰਗਤ ਮੈਂ ਆਰੰਭਤਾ ਕਰਨਾ ਇਤਿਹਾਸ ਦੀ ਉਸ ਪੱਖ ਤੋਂ ਜਦੋਂ ਬਾਬਰ ਨੇ ਇਸ ਹਿੰਦੁਸਤਾਨ ਦੀ ਧਰਤੀ ਤੇ ਹਮਲਾ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸਮਾਂ ਹੈ, ਬਾਬਰ ਨੇ ਹਮਲਾ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਤੇ ਸਾਧ ਸੰਗਤ ਉਸ ਸਮੇਂ ਹੋਇਆ ਕਿ ਇੱਧਰ ਲੋਧੀ ਵੰਸ਼ ਹੈ ਹਿੰਦੁਸਤਾਨ ਦੇ ਵਿੱਚ, ਤੇ ਉੱਧਰੋਂ ਇਹ ਮੁਗਲ ਵੰਸ਼ ਦਾ ਬਾਦਸ਼ਾਹ ਜਿਹੜਾ ਹੈ ਬਾਬਰ, ਇਹ ਚੜ੍ਹ ਕੇ ਆਇਆ ਹਿੰਦੁਸਤਾਨ ਤੇ। ਪਾਣੀਪਤ ਦੀ ਪਹਿਲੀ ਲੜਾਈ ਆਪ ਜੀ ਨੇ ਪੜ੍ਹੀ ਹੋਏਗੀ, ਉੱਥੇ ਲੋਧੀ ਵੰਸ਼ ਦਾ ਖਾਤਮਾ ਹੁੰਦਾ ਹੈ ਤੇ ਮੁਗਲ ਵੰਸ਼ ਦੀ ਸਥਾਪਨਾ ਹੁੰਦੀ ਹੈ। ਤੇ ਸਾਧ ਸੰਗਤ ਇੱਧਰ ਜਿਹੜਾ ਬਾਬਰ ਹੈ ਉਹ ਸਾਧ ਸੰਗਤ ਵੱਡੀਆਂ ਵੱਡੀਆਂ ਤੋਪਾਂ ਲੈ ਕੇ, ਵੱਡੀਆਂ ਵੱਡੀਆਂ ਬੰਦੂਕਾਂ ਲੈ ਕੇ, ਸ਼ਸਤਰਾਂ ਦੇ ਨਾਲ ਸਨੱਧਬੱਧ ਹੋ ਕਰਕੇ ਹਿੰਦੁਸਤਾਨ ਤੇ ਹਮਲਾ ਕਰਦਾ ਹੈ। ਤੇ ਅੱਗੇ ਤਿਆਰੀ ਕੀ ਹੈ? ਗੁਰੂ ਨਾਨਕ ਸਾਹਿਬ ਨੇ ਲਿਖਿਆ, ਮਹਾਰਾਜ ਕਹਿੰਦੇ ਹਿੰਦੁਸਤਾਨ ਦੇ ਲੋਕਾਂ ਦੀ ਤਿਆਰੀ ਪਤਾ ਕੀ ਸੀ? ਇਹਨਾਂ ਲੋਕਾਂ ਨੇ ਕੀ ਕੀਤਾ? ਇਹ ਲੋਕ ਕਹਿੰਦੇ ਰਹੇ, ਪੰਡਤਾਂ ਦੇ ਕੋਲ ਚਲੇ ਗਏ, ਪੰਡਤਾਂ ਨੇ ਕੀ ਕਿਹਾ? ਉਹ ਕਹਿੰਦੇ ਦੇਵੀ ਦਾ ਪੂਜਨ ਕਰਦੇ ਆ, ਤੇ ਉਹਦੇ ਨਾਲ ਕੀ ਹੋਵੇਗਾ? ਇਹ ਜਿੰਨੇ ਵੀ ਮੁਗਲ ਚੜ੍ਹ ਕੇ ਆਉਣਗੇ ਉਹ ਅੰਨੇ ਹੋ ਜਾਣਗੇ। ਅੰਨੇ ਟੂਣੇ ਆਦਿਕ ਕਰਦੇ ਆ, ਦੇਵੀਆਂ ਦੇ ਮੰਤਰ ਪੜ੍ਹਦੇ ਆ, ਉਹ ਜਿੰਨੇ ਦੇਵੀ ਦੇਵਤੇ ਸਾਡੀ ਰੱਖਿਆ ਕਰਨ ਵਾਸਤੇ ਆਉਣਗੇ, ਤੇ ਉਹਦੇ ਨਾਲ ਹੋਵੇਗਾ ਕੀ ਕਿ ਜਿੰਨੇ ਵੀ ਚੜ੍ਹ ਕੇ ਆਉਂਦੇ ਆ ਬਾਬਰ ਵਰਗੇ ਅੰਨੇ ਹੋ ਜਾਣਗੇ। ਮਹਾਰਾਜ ਨੇ ਗੁਰਬਾਣੀ 'ਚ ਲਿਖਿਆ ਕਿ ਫਿਰ ਹੋਇਆ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਉਹਨੇ ਵੱਡੀਆਂ ਵੱਡੀਆਂ ਤੋਪਾਂ ਦੇ ਨਾਲ, ਹਾਥੀਆਂ ਦੇ ਨਾਲ ਹਮਲਾ ਕਰਕੇ
ਤੇ ਲੋਧੀ ਵੰਸ਼ ਦਾ ਖਾਤਮਾ ਕਰ ਦਿੱਤਾ। ਤੇ ਮਹਾਰਾਜ ਲਿਖਦੇ ਆ, ਕੋਈ ਮੁਗਲ ਨਾ ਹੋਆ ਅੰਨਾ, ਕਿਸੇ ਕਿਨੇ ਨਾ ਪਰਚਾ ਲਾਇਆ। ਮਹਾਰਾਜ ਕਹਿੰਦੇ ਕੋਈ ਅੰਨਾ ਨਹੀਂ ਹੋਇਆ। ਇਹਨਾਂ ਬੜੀਆਂ ਦਲੀਲਾਂ ਦਿੱਤੀਆਂ ਪੰਡਤਾਂ ਨੇ ਕਿ ਇਹਨਾਂ ਹਵਨ ਕਰਾਓ, ਇਹ ਕੁਝ ਕਰੋ, ਅੰਨੇ ਕਰ ਦਿਆਂਗੇ ਅਸੀਂ ਬਾਬਰ ਵਰਗਿਆਂ ਨੂੰ, ਪਰ ਕੋਈ ਹੋਇਆ ਨਹੀਂ ਅੰਨਾ। ਇਹ ਮੇਰਾ ਕਹਿਣ ਤੋਂ ਭਾਵ ਹੈ ਸਾਧ ਸੰਗਤ, ਇਹ ਗੱਲ ਮੈਂ ਤਾਂ ਸੁਣਾਈ ਹੈ ਕਿ ਜੇਕਰ ਤੁਹਾਡਾ ਪਰਿਵਾਰ, ਕਿਉਂਕਿ ਮੈਂ ਸਮਾਜ ਦੀ ਗੱਲ ਨਾ ਲਵਾਂ, ਮੈਂ ਪਰਿਵਾਰ ਦੀ ਗੱਲ, ਕਿਉਂਕਿ ਸਭ ਤੋਂ ਛੋਟੀ ਇਕਾਈ ਸਾਡਾ ਪਰਿਵਾਰ ਹੁੰਦਾ ਜਿਹਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ। ਜੇਕਰ ਤੁਹਾਡੇ ਪਰਿਵਾਰ ਦੇ ਉੱਤੇ ਕੋਈ ਵਿਪਤਾ ਆਉਂਦੀ ਹੈ, ਕੋਈ ਤਲਵਾਰ ਚੱਕ ਕੇ ਤੁਹਾਡੇ ਪਰਿਵਾਰ ਵੱਲ ਨੂੰ ਵੱਧਦਾ ਹੈ, ਤੇ ਤੁਸੀਂ ਕਹੀ ਜਾਓ ਕਿ ਮੇਰੀ ਰੱਖਿਆ ਉਹ ਕਰੇਗਾ, ਮੇਰੀ ਰੱਖਿਆ ਇਹ ਕਰੇਗਾ, ਤੇ ਕੀ ਗੱਲ ਉਸ ਵਾਹਿਗੁਰੂ ਨੇ, ਉਸ ਪਰਮਾਤਮਾ ਨੇ ਤੁਹਾਨੂੰ ਇਹ ਦੋ ਬਾਹਾਂ ਨਹੀਂ ਦਿੱਤੀਆਂ? ਇਹਨਾਂ ਹੱਥਾਂ ਦੇ ਵਿੱਚ ਕਿਰਪਾਨ ਫੜ ਕੇ ਉਹਦਾ ਸਿਰ ਨਹੀਂ ਲਾਇਆ ਜਾਂਦਾ? ਕਾਹਦੇ ਵਾਸਤੇ ਦਿੱਤੀਆਂ ਨੇ ਦੋ ਬਾਹਾਂ? ਇਹ ਦੋ ਹੱਥ ਕਾਹਦੇ ਵਾਸਤੇ ਦਿੱਤੇ ਆ? ਕਿ ਆਪਣੇ ਪਰਿਵਾਰ ਦਾ, ਜੇ ਤੂੰ ਰਿਜ਼ਕ ਲੈ ਕੇ ਰਿਜ਼ਕ ਦੇ ਨਾਲ ਆਪਣੇ ਪਰਿਵਾਰ ਦਾ ਫਰਜ਼ ਨਿਭਾਉਣਾ, ਤੇ ਤੇਰਾ ਫਰਜ਼ ਇਹ ਵੀ ਬਣਦਾ ਹੈ ਕਿ ਜੇ ਕਿਤੇ ਤੇਰੇ ਪਰਿਵਾਰ ਤੇ ਭੀੜ ਪੈ ਜਾਵੇ ਤੇ ਸ਼ਸਤਰ ਲੈ ਕੇ ਉਸ ਜਿਹੜਾ ਚੜ੍ਹ ਕੇ ਆਇਆ ਉਹਦਾ ਸੋਧਾ ਲਾ ਕੇ ਉਹਦਾ ਸਿਰ ਵੱਢ ਕੇ ਰੱਖ ਦੇ। ਪਰਿਵਾਰ ਸਭ ਤੋਂ ਵੱਧ ਪਿਆਰਾ ਹੁੰਦਾ। ਕਹਿਣ ਤੋਂ ਭਾਵ ਉਧਰ ਮੁਗਲਾਂ ਨੇ ਸਾਧ ਸੰਗਤ ਸ਼ਸਤਰਾਂ ਦੇ ਨਾਲ ਪਿਆਰ ਕੀਤਾ, ਉਹਨਾਂ ਨੇ ਤੋਪਾਂ ਆਦਿਕ ਲੈ ਕੇ ਆਂਦੀਆਂ ਤੇ ਲੋਧੀ ਵੰਸ਼ ਦਾ ਖਾਤਮਾ ਕੀਤਾ। ਇੱਧਰ ਦੇ ਲੋਕ ਕਹਿੰਦੇ ਸੀ 33 ਕਰੋੜ ਦੇਵੀ ਦੇਵਤਾ ਸਾਡੀ ਰੱਖਿਆ ਕਰੇਗਾ, ਪਰ ਹੋਇਆ ਕੁਝ ਵੀ ਨਹੀਂ। ਕਿਉਂਕਿ ਇਹ ਗੱਲ ਆਮ ਹੀ ਪ੍ਰਚਲਿਤ ਆ ਕਿ ਜੇ ਉਸ ਵਾਹਿਗੁਰੂ ਨੇ ਸਾਨੂੰ ਇਹ ਹੱਥ ਦਿੱਤੇ ਆ, ਤੇ ਜੇ ਉਹਨੇ ਰੋਟੀ ਪ੍ਰਸ਼ਾਦਾ ਦਿੱਤਾ ਤੋੜ ਕੇ, ਤੇ ਮੂੰਹ ਦੇ ਵਿੱਚ ਆਪ ਹੀ ਪਾਉਣੀ ਪਏਗੀ ਨਾ। ਜੇ ਉਹਨੇ ਪਰਿਵਾਰ ਦਿੱਤਾ ਉਸ ਵਾਹਿਗੁਰੂ ਨੇ, ਇੱਕ ਬੜੀ ਹਾਸੋਹੀਣੀ ਘਟਨਾ ਹੈ ਸਾਧ ਸੰਗਤ। ਉਹ ਕਹਿੰਦੇ ਕਿ ਇੱਕ ਨਿਹੰਗ ਸਿੰਘ ਗੱਡੀ ਦੇ ਵਿੱਚ ਜਾ ਰਿਹਾ ਸੀ, ਤੇ ਉਹ ਕੋਈ ਉੱਥੇ ਮਿਲ ਗਿਆ ਉਹਨੂੰ। ਉਹ ਕਹਿੰਦਾ ਕਿ ਮੈਂ ਮੰਤਰਾਂ ਦੇ ਨਾਲ, ਨਿਹੰਗ ਸਿੰਘ ਨੂੰ ਕਹਿੰਦਾ, ਤੇਰਾ ਮੈਂ ਇਹ ਕਰ ਦੂੰ, ਜੋ ਕਰ ਦੂੰ, ਤੇਰੇ ਵਾਹਿਗੁਰੂ ਦੇ ਕੋਲ ਕੋਈ ਤਾਕਤ ਹੈ? ਉਹ ਨਿਹੰਗ ਸਿੰਘ ਕਹਿੰਦਾ ਤੂੰ ਕਰ ਲਾ ਜੋ ਕਰਨਾ। ਉਹਨੇ ਬੜੇ ਮੰਤਰ ਕੀਤੇ, ਨਿਹੰਗ ਸਿੰਘ ਨੂੰ ਕੁਛ ਨਾ ਹੋਇਆ। ਉਹ ਹਾਰ ਕੇ ਕਹਿੰਦਾ ਤੂੰ ਆਪਣੇ ਵਾਹਿਗੁਰੂ ਨੂੰ ਬੁਲਾ। ਉਹ ਨਿਹੰਗ ਸਿੰਘ ਦੇ ਕੋਲ ਇੱਕ ਵੱਡਾ ਸਾਲਾ ਸਲੋਤਰ ਸੀ, ਡੰਡਾ ਕਹਿ ਲਓ। ਉਹਨੇ ਵੱਢ ਕੇ ਉਹਦੇ ਪੱਟ ਤੇ ਮਾਰਿਆ ਤੇ ਪੱਟ ਤੋੜਤਾ। ਉਹ ਕਹਿੰਦਾ ਆ ਕੀ ਕੀਤਾ? ਮੈਂ ਤੇ ਤੇਰੇ ਵਾਹਿਗੁਰੂ ਨੂੰ ਬੁਲਾਉਣ ਨੂੰ ਕਿਹਾ ਸੀ। ਕਹਿੰਦਾ ਇਹੋ ਜਿਹੇ ਨਿੱਕੇ ਮੋਟੇ ਕੰਮ ਤੇ ਅਸੀਂ ਆਪ ਹੀ ਕਰ ਲੈਣੇ। ਨਿਹੰਗ ਸਿੰਘ ਕਹਿੰਦਾ ਇਸੇ ਪ੍ਰਕਾਰ ਇਹ ਵਾਹਿਗੁਰੂ ਨੇ ਸਾਨੂੰ, ਇਹ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਦਿੱਤੇ ਆ, ਜਿਹਦੇ ਨਾਲ ਅਸੀਂ ਸਨੱਧ-ਬੱਧ ਹੋ ਕਰਕੇ, ਤਿਆਰ ਬਰ ਤਿਆਰ ਹੋ ਕਰਕੇ, ਜਿੱਥੇ ਆਪਣੇ ਪਰਿਵਾਰ ਦੀ ਰੱਖਿਆ ਕਰਨੀ ਆ, ਸਮਾਜ ਦੀ ਰੱਖਿਆ ਕਰਨੀ ਆ, ਆਪਣੇ ਧਰਮ ਦੀ ਰੱਖਿਆ ਕਰਨੀ ਆ, ਤੇ ਆਪਣੇ ਦੇਸ਼ ਦੀ ਰੱਖਿਆ ਕਰਨੀ ਆ। ਇਹਨਾਂ ਸ਼ਸਤਰਾਂ ਦੇ ਨਾਲ ਹੀ ਅਸੀਂ ਸਾਧ ਸੰਗਤ ਇਸ ਸਮਾਜ ਦੇ ਵਿੱਚ ਵਿਚਰ ਸਕਦੇ ਹਾਂ। ਕਿਉਂਕਿ ਪੁੱਛਿਆ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ, ਇੱਕ ਪੱਤਰਕਾਰ ਨੇ ਆਣ ਕੇ ਪੁੱਛਿਆ, ਕਹਿੰਦਾ ਕਿ ਤੁਸੀਂ ਸ਼ਸਤਰ ਕਿਉਂ ਰੱਖੇ ਆ? ਤੇ ਉਹਨਾਂ ਨੇ ਕਿਹਾ ਸ਼ਸਤਰਾਂ ਦੇ ਨਾਲ ਸ਼ਾਂਤੀ ਪੈਦਾ ਹੁੰਦੀ ਆ। ਪੱਤਰਕਾਰ ਕਹਿੰਦਾ ਸ਼ਸਤਰਾਂ ਦੇ ਨਾਲ ਸ਼ਾਂਤੀ ਕਦੇ ਵੀ ਨਹੀਂ ਪੈਦਾ ਹੁੰਦੀ। ਤੇ ਅੱਗੇ ਸੰਤ ਜਰਨੈਲ ਸਿੰਘ ਜੀ ਦਾ ਜਵਾਬ ਸੀ, ਉਹ ਕਹਿੰਦੇ ਫਿਰ ਆ ਸਰਹੱਦਾਂ ਦੇ ਉੱਤੇ ਜਿਹੜੇ ਤੋਪਾਂ ਟੈਂਕ ਆਦਿ ਲਾਏ ਆ, ਇਹਨਾਂ ਨੂੰ ਹਟਾ ਲਓ, ਇਹਨਾਂ ਦੀ ਫਿਰ ਕੀ ਲੋੜ ਆ? ਜੇ ਸ਼ਸਤਰਾਂ ਦੇ ਨਾਲ ਅਰਾਜਕਤਾ ਪੈਦਾ ਹੁੰਦੀ ਆ, ਇਹਨਾਂ ਦੇ ਨਾਲ ਸ਼ਾਂਤੀ ਨਹੀਂ ਪੈਦਾ ਹੁੰਦੀ, ਫਿਰ ਇਹਨਾਂ ਨੂੰ ਉਠਾ ਲਓ। ਸਾਧ ਸੰਗਤ, ਵੈਰੀ ਦਾ ਮੂੰਹ ਭੰਨਣ ਵਾਸਤੇ ਇਹ ਸ਼ਸਤਰ ਜਿਹੜੇ ਆ ਨਾ, ਇਹ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਆ। ਇਸੇ ਕਰਕੇ ਅਸੀਂ ਕਹਿੰਦੇ ਆ ਕਿ ਗੁਰੂ ਘਰ ਦੇ ਵਿੱਚ ਨਿਮਰਤਾ ਨਾਲ ਆਈ ਨੂੰ ਦੇਗ ਪੱਕੀ, ਤੇ ਜੇ ਕੋਈ ਚੜ੍ਹ ਕੇ ਆਂਦਾ ਉਹਨੂੰ ਤੇਗ ਪੱਕੀ। ਤੇਗ ਤਲਵਾਰ ਉਹਦੇ ਵਾਸਤੇ ਹਾਜ਼ਰ ਹੈ। ਇਤਿਹਾਸ ਵੱਲ ਝਾਤੀ ਮਾਰੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕੀਤਾ। ਮੈਂ ਸ਼ਬਦ ਪ੍ਰਗਟ ਕੀਤਾ ਕਿਉਂ ਵਰਤ ਰਿਹਾ? ਕਿਉਂਕਿ ਸਾਧ ਸੰਗਤ ਇਹ ਮੀਰੀ ਪੀਰੀ ਸਿਧਾਂਤ ਪਹਿਲੋਂ ਵੀ ਸੀ। ਗੁਰੂ ਨਾਨਕ ਸਾਹਿਬ ਜੀ ਆਪਣੇ ਕੋਲ ਇੱਕ ਸੋਟਾ ਵੀ ਆਦਿਕ ਰੱਖਦੇ ਸਨ ਸ਼ਸਤਰ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਉਹਦੇ ਮੂੰਹ ਤੇ ਜਾਬਰ ਕਹਿ ਦਿੱਤਾ ਸੀ। ਇੰਨੇ ਕ੍ਰਾਂਤੀਕਾਰੀ ਬੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਨ। ਪਾਪ ਦੀ ਜੰਜ ਦਾ ਲਾੜਾ ਕਿਹਾ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾਲੋ। ਇਸੇ ਪ੍ਰਕਾਰ ਜਦੋਂ 6ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਹੈ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਣ ਫਿਰ ਪ੍ਰਗਟ ਤੌਰ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾ ਲਿਆ। 2 ਤਲਵਾਰਾਂ ਸਤਿਗੁਰੂ ਨੇ ਪਹਿਨੀਆਂ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਮੈਂ ਅਰਥ ਕਰ ਚੱਲਾਂ
ਇਹ ਮੀਰੀ ਦਾ ਅਰਥ ਹੁੰਦਾ ਹੈ ਸਾਧ ਸੰਗਤ ਧਾਰਮਿਕ ਤੌਰ ਦੇ ਉੱਤੇ ਆਗੂ ਬਣਨਾ, ਜਾਂ ਧਾਰਮਿਕ ਤੌਰ ਦੇ ਉੱਤੇ ਅਤੇ ਆਪਣੇ ਧਰਮ ਦਾ ਰੱਖਿਅਕ ਬਣਨਾ। ਤੇ ਪੀਰੀ ਦਾ ਅਰਥ ਹੁੰਦਾ ਹੈ ਸਾਧ ਸੰਗਤ ਰਾਜਸੀ ਤੌਰ ਤੇ ਆਪਣੇ ਆਪ ਦੀ ਮਲਕੀਅਤ ਸਾਬਤ ਕਰਨ, ਕਿ ਰਾਜ ਵੀ ਮੈਂ ਕਰ ਰਿਹਾ ਤੇ ਧਾਰਮਿਕ ਨੇਤਾ ਵੀ ਹਾਂ। ਇਹ ਦੋਵੇਂ ਤਰ੍ਹਾਂ ਦੇ ਸਿਧਾਂਤ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਣਾਏ ਆ। ਤੇ ਜਦੋਂ ਸਤਿਗੁਰਾਂ ਨੇ ਇਹ ਸਾਧ ਸੰਗਤ ਦੋਵੇਂ ਸਿਧਾਂਤ ਅਪਣਾਏ ਆ ਤੇ ਉਸ ਸਮੇਂ ਬੜੀ ਹਲਚਲ ਪੈਦਾ ਹੋਈ ਲੋਕਾਂ ਦੇ ਵਿੱਚ। ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਵੀ ਸਨ, ਉਹਨਾਂ ਦੇ ਮਨ ਵਿੱਚ ਵੀ ਸ਼ੰਕੇ ਸਨ, ਹੋਰਾਂ ਦੇ ਮਨ 'ਚ ਵੀ ਬੜੇ ਸ਼ੰਕੇ ਸਨ। ਬੜੇ ਸ਼ੰਕੇ ਸੀ ਕਿ ਸਤਿਗੁਰੂ ਸਾਹਿਬ ਨੇ ਤਲਵਾਰਾਂ ਪੈ ਲਈਆਂ, ਕਿਹੜੇ ਪਾਸੇ ਨੂੰ ਸਿੱਖ ਧਰਮ ਚੱਲ ਪਿਆ। ਉਸ ਸਮੇਂ ਦੇ ਇਤਿਹਾਸਕਾਰਾਂ ਨੇ ਵੀ ਬੜਾ ਪਟਲਾ ਖਾਧਾ ਇਸ ਪਿੱਛੇ, ਉਹ ਵੀ ਬੜਾ ਇਹ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਗਲਤ ਕੀਤਾ। ਪਰ ਨਹੀਂ, ਸਾਧ ਸੰਗਤ ਸਤਿਗੁਰਾਂ ਦੇ ਕੋਲ ਆ ਸ਼ਿਵਾਜੀ ਮਰਹੱਟਾ ਹੋਇਆ ਇੱਕ, ਉਹਦਾ ਗੁਰੂ ਸੀ ਸਾਧ ਸੰਗਤ, ਨਾਮਦਾਸ ਨੂੰ ਵਿਸਰ ਗਿਆ। ਉਹਦੇ ਗੁਰੂ ਨੇ ਆਣ ਕੇ, ਆਗਰੇ ਦੀ ਧਰਤੀ ਹੈ, ਉੱਥੇ ਆ ਕੇ ਮਹਾਰਾਜ ਨੂੰ ਸਵਾਲ ਕੀਤਾ ਸੀ। ਇਹ ਆਇਆ ਪਹਿਲੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਇਹਨੂੰ ਪਤਾ ਲੱਗਾ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 6ਵੇਂ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਏ ਆ। ਇਹ ਦਰਸ਼ਨ ਕਰਨ ਵਾਸਤੇ ਅੱਗੇ ਵਧਿਆ। ਜਦੋਂ ਅੱਗੇ ਵਧਿਆ ਤੇ ਇਹਨੇ ਵੇਖਿਆ ਕਿ ਗੁਰੂ ਸਾਹਿਬ ਨੇ 2 ਤਲਵਾਰਾਂ ਪਹਿਨੀਆਂ, ਘੋੜੇ ਤੇ ਬੈਠੇ ਆ, ਕਲਗੀ ਲਾਈ ਆ, ਤਿਆਰ ਬਰ ਤਿਆਰ ਮਹਾਰਾਜ ਬੈਠੇ ਆ, ਤੇ ਇਹ ਵਾਪਸ ਮੁੜ ਗਿਆ। ਜਦੋਂ ਵਾਪਸ ਮੁੜਿਆ ਤੇ ਹੁਣ ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਭਾਈ ਇਸ ਤਰ੍ਹਾਂ ਦਾ ਇੱਕ ਸਾਧੂ ਹੈ, ਉਹ ਵਾਪਸ ਮੁੜਦਾ, ਸਾਡੇ ਦਰਸ਼ਨਾਂ ਵਾਸਤੇ ਆਇਆ ਸੀ, ਇਹਨੂੰ ਬੁਲਾ ਕੇ ਲੈ ਕੇ ਆ। ਤੇ ਸਿੱਖ ਪਿੱਛੇ ਦੌੜੇ ਤੇ ਬੁਲਾ ਕੇ ਲੈ ਕੇ ਆਂਦਾ। ਜਦੋਂ ਉਹਨੂੰ ਬੁਲਾਇਆ, ਸ਼ਾਇਦ ਉਹਦਾ ਨਾਮ ਰਾਮਦਾਸ ਸੀ ਸਾਧ ਸੰਗਤ, ਉਹਨੂੰ ਜਦੋਂ ਬੁਲਾਇਆ ਤੇ ਮਹਾਰਾਜ ਨੇ ਕਿਹਾ, ਭਾਈ ਤੂੰ ਸਾਡੇ ਦਰਸ਼ਨਾਂ ਵਾਸਤੇ ਆਇਆ ਸੀ, ਵਾਪਸ ਕਿਉਂ ਮੁੜ ਚੱਲਿਆ? ਸਾਡੇ ਦਰਸ਼ਨ ਕਰਨ ਵਾਸਤੇ ਆਇਆ ਸੀ। ਉਹ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਸੇਲੀ ਟੋਪੀ ਧਾਰਨ ਕੀ ਥੀ। ਸੇਲੀ ਟੋਪੀ, ਗਲ ਦੇ ਵਿੱਚ ਮਾਲਾ ਤੇ ਟੋਪੀ, ਮਹਾਰਾਜ ਕਹਿੰਦੇ ਵੀ ਉਹ ਧਾਰਨ ਕੀਤੀ ਸੀ ਮਹਾਰਾਜ ਨੇ। ਤੇ ਤੁਸੀਂ ਇਹ ਤਲਵਾਰਾਂ ਧਾਰਨ ਕਰ ਲਈਆਂ, ਇੱਕ ਧਾਰਮਿਕ ਨੇਤਾ ਹੋ ਕਰਕੇ ਤਲਵਾਰਾਂ ਧਾਰਨ ਕਰਨੀਆਂ, ਕਹਿੰਦਾ ਮੈਨੂੰ ਜਾਇਜ਼ ਨਹੀਂ ਲੱਗਦਾ। ਮੈਨੂੰ ਲੱਗਦਾ ਕਿ ਧਾਰਮਿਕ ਨੇਤਾ ਤਲਵਾਰ, ਕਿਉਂਕਿ ਧਾਰਮਿਕ ਲੋਕਾਂ ਦਾ ਤੇ ਕਰਮ ਹੀ ਹੁੰਦਾ ਹੈ ਭਗਤੀ ਕਰਨੀ, ਰੱਬ ਨਾਲ ਜੁੜਨਾ, ਇਹ ਤਲਵਾਰ ਕਿਉਂ ਧਾਰਨ ਕੀਤੀ ਹੈ ਤੁਸੀਂ? ਤੇ ਸਾਧ ਸੰਗਤ ਇਹ ਅੱਜ ਦੇ ਲੋਕ ਜਿਹੜੇ ਗੱਲ ਕਹਿੰਦੇ ਆ ਕਿ ਸਿੱਖ ਤਲਵਾਰ ਕਿਉਂ ਧਾਰਨ ਕਰਦੇ, ਕਿਰਪਾਨ ਕਿਉਂ ਧਾਰਨ ਕਰਦੇ, ਉਹਨਾਂ ਵਾਸਤੇ ਸੁਣਨ ਵਾਲੀ ਹੈ ਕਿ ਮਹਾਰਾਜ ਨੇ ਜਵਾਬ ਦਿੱਤਾ ਸੀ। ਸਤਿਗੁਰਾਂ ਨੇ ਕਿਹਾ, ਗੁਰੂ ਨਾਨਕ ਨੇ ਮਾਇਆ ਤਿਆਗੀ ਤੀ, ਸੰਸਾਰ ਨਹੀਂ ਤਿਆਗਾ ਥਾ। ਉਹ ਸਾਧੂ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਮਾਇਆ ਦਾ ਤਿਆਗ ਕੀਤਾ ਸੀ। ਸਾਧੂ ਜੀ, ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਤਿਆਗ ਨਹੀਂ ਸੀ ਕੀਤਾ। ਇਸੇ ਕਰਕੇ ਸਾਧੂ ਜੀ ਅਸੀਂ ਤਲਵਾਰ ਧਾਰਨ ਕੀਤੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਸੀ ਕਿ ਔਰਤ ਇਮਾਨ ਹੈ, ਦੌਲਤ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ, ਤੇ ਪੀਰ ਨਾ ਹਿੰਦੂ ਤੇ ਨਾ ਮੁਸਲਮਾਨ ਹੈ। ਮਹਾਰਾਜ ਨੇ ਕਿਹਾ ਔਰਤ ਇਮਾਨ ਹੈ, ਤੇ ਜੇ ਤੇਰੇ ਇਮਾਨ ਤੇ ਕੋਈ ਚੜ੍ਹ ਕੇ ਆ ਜਾਵੇ, ਤੇਰੀ ਔਰਤ ਦੇ ਉੱਤੇ ਕੋਈ ਹੱਥ ਚੁੱਕਣ ਲੱਗੇ, ਉਹਦੇ ਵਾਸਤੇ ਜੇ ਤੇਰੇ ਕੋਲ ਕਿਰਪਾਨ ਨਹੀਂ ਹੈਗੀ, ਸ਼ਸਤਰ ਦੇ ਨਾਲ ਉਹਦਾ ਮੁਕਾਬਲਾ ਨਹੀਂ ਕਰ ਸਕਦਾ, ਤੇ ਫਿਰ ਤੂੰ ਕਾਹਦਾ ਸਾਧੂ ਹੋਇਆ? ਫਿਰ ਮਹਾਰਾਜ ਨੇ ਕਿਹਾ ਪੁੱਤਰ ਨਿਸ਼ਾਨ ਹੈ, ਤੇ ਪੁੱਤਰ ਤੇਰੇ ਆਉਣ ਵਾਲੇ ਵੰਸ਼ ਦਾ ਨਿਸ਼ਾਨੀ ਹੈ ਤੇਰਾ ਪੁੱਤਰ। ਤੇ ਜੇ ਤੇਰੇ ਪੁੱਤਰ ਵੱਲ ਕੋਈ ਨਿਗਾਹ ਚੱਕੇ, ਤੇਰੇ ਪੁੱਤਰ ਤੇ ਹਮਲਾ ਕਰਨ ਲੱਗੇ, ਤੇ ਜੇ ਤੂੰ ਚੁੱਪ ਕਰਕੇ ਬੈਠਾ ਰਵੇਂ ਕਿ ਰੱਬ ਮੇਰੀ ਰੱਖਿਆ ਕਰੇਗਾ, ਮਹਾਰਾਜ ਕਹਿੰਦੇ ਇਦਾਂ ਵੀ ਗੱਲ ਨਹੀਂ ਬਣਨੀ, ਤਿਆਰ ਬਰ ਤਿਆਰ ਹੋਣਾ ਪੈਣਾ। ਫਿਰ ਮਹਾਰਾਜ ਨੇ ਕਿਹਾ ਦੌਲਤ ਗੁਜਰਾਨ, ਤੇ ਜੇ ਤੇਰਾ ਧਨ ਪਦਾਰਥੀ ਕੋਈ ਲੁੱਟ ਲਵੇ ਤੇ ਕੀ ਫਾਇਦਾ ਤੇਰੇ ਜਿਉਣ ਦਾ? ਉਹਦੇ ਵਾਸਤੇ ਸਤਿਗੁਰਾਂ ਨੇ ਕਿਹਾ ਇਹ ਜਿਹੜੇ ਪੀਰ ਹੁੰਦੇ ਆ, ਨਾ ਹਿੰਦੂ ਤੇ ਨਾ ਮੁਸਲਮਾਨ, ਇਹ ਹਿੰਦੂ ਤੇ ਪੀਰ ਅਸੀਂ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾ ਹਿੰਦੂ ਆ ਤੇ ਨਾ ਮੁਸਲਮਾਨ, ਅਸੀਂ ਤਿਆਰ ਬਰ ਤਿਆਰ ਹਾਂ। ਤੇ ਜਿਹੜਾ ਸਾਡੇ ਕੋਲ ਆਉਂਦਾ ਉਹ ਧਰਮ ਦਾ ਗਿਆਨ ਵੀ ਪ੍ਰਾਪਤ ਕਰਦਾ ਹੈ, ਔਰ ਰਾਜਸੀ ਗੁਣ ਵੀ ਸਿੱਖੇ ਜਾਂਦਾ। ਜਿਹੜੇ ਲੋਕ ਕਹਿੰਦੇ ਆ ਨਾ ਕਿ ਧਰਮ ਤੇ ਰਾਜਨੀਤੀ ਨੂੰ ਵਾਹ ਕਰਨ ਦੇਣਾ ਚਾਹੀਦਾ, ਨਹੀਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿਖਾਇਆ ਕਿ ਇੱਕ ਚੰਗੀ ਰਾਜਨੀਤੀ ਹੋਵੇ। ਚੰਗੀ ਰਾਜਨੀਤੀ ਦੇ ਗੁਣ ਕੀ ਹੁੰਦੇ ਆ? ਤੁਸੀਂ ਦਰਬਾਰ ਸਾਹਿਬ ਜਾਇਓ, ਹਮੇਸ਼ਾ ਪੜ੍ਹਨ ਲਈ ਮਿਲਦਾ ਹੈ ਕਿ 2 ਨਿਸ਼ਾਨ ਸਾਹਿਬ ਆਪਾਂ ਉੱਥੇ ਦੇਖਦੇ ਹਾਂ ਅਕਾਲ ਤਖਤ ਸਾਹਿਬ ਦੇ ਨੇੜੇ ਲੱਗੇ ਹੋਏ, ਤੇ ਦੋਵਾਂ ਦੇ ਵਿੱਚੋਂ ਇੱਕ ਨਿਸ਼ਾਨ ਸਾਹਿਬ ਥੋੜਾ ਵੱਡਾ ਹੈ ਤੇ ਇੱਕ ਛੋਟਾ ਹੈ। ਉਹਦਾ ਅਰਥ ਕੀ ਹੈ ਸਾਧ ਸੰਗਤ? ਜਿਹੜਾ ਵੱਡਾ ਨਿਸ਼ਾਨ ਸਾਹਿਬ ਹੈ ਉਹ ਸਾਧ ਸੰਗਤ, ਉਹ ਨਿਸ਼ਾਨ ਸਾਹਿਬ ਧਰਮ ਦਾ ਪ੍ਰਤੀਕ ਹੈ, ਤੇ ਜਿਹੜਾ ਛੋਟਾ ਨਿਸ਼ਾਨ ਸਾਹਿਬ ਹੈ, ਥੋੜਾ ਜਿਹਾ ਦੂਸਰੇ ਨਿਸ਼ਾਨ ਸਾਹਿਬ ਤੋਂ ਛੋਟਾ ਹੈ, ਉਹ ਰਾਜਨੀਤੀ ਦਾ ਪ੍ਰਤੀਕ ਹੈ। ਤੇ ਇਹ ਸਾਨੂੰ ਸਿੱਖਿਆ ਇਹ ਦਿੰਦੇ ਆ ਕਿ ਭਾਈ ਗੁਰਸਿੱਖਾ ਇਹ ਯਾਦ ਰੱਖੀ, ਜਿੰਨਾ ਚਿਰ ਰਾਜਨੀਤੀ ਧਰਮ ਦੇ ਅਧੀਨ ਰਹੇਗੀ,
ਉਹਨਾਂ ਚਿਰ ਤੇ ਰਾਜਨੀਤੀ ਇੱਕ ਚੰਗਾ ਹਲੇਮੀ ਰਾਜ ਪੈਦਾ ਕਰ ਸਕਦੀ ਹੈ, ਪਰ ਜੇ ਇਹੀ ਰਾਜਨੀਤੀ ਧਰਮ ਦੇ ਉੱਤੇ ਹਾਵੀ ਹੋ ਗਈ ਤੇ ਫਿਰ ਬਹੁਤ ਵੱਡਾ ਕਤਲੇਆਮ ਹੋਏਗਾ। ਅੱਜ ਹਾਲਾਤ ਆਪ ਜੀ ਦੇਖ ਹੀ ਰਹੇ ਹੋ, ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋਈ ਪਈ ਹੈ। ਮੈਂ ਜ਼ਿਆਦਾ ਇੱਧਰਲੇ ਪਾਸੇ ਨਾ ਜਾਵਾਂ, ਮੈਂ ਆਪਣੇ ਸਿਧਾਂਤ ਦੀ ਗੱਲ ਕਰਕੇ, ਗੁਰੂ ਸਾਹਿਬ ਨੇ ਇਸ ਗੱਲ ਦਾ ਸਾਨੂੰ ਸਾਧ ਸੰਗਤ ਇਹ ਨਿਰਣਾ ਕਰਕੇ ਦਿੱਤਾ ਕਿ ਸਿੱਖਾਂ ਜੇ ਰਾਜਨੀਤੀ ਕਰਨੀ ਹੈ ਨਾ, ਸਿੱਖਾਂ ਕੋਲੋਂ ਰਾਜ ਆਇਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਰਾਜ ਆਇਆ, ਦੂਸਰਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਆਇਆ, ਤੇ ਸਾਧ ਸੰਗਤ ਇਹ ਬੜਾ ਵੱਡਾ ਸਾਡਾ ਕਲਿਆਣਕਾਰੀ ਰਾਜ ਸੀ। ਘਟਨਾ ਯਾਦ ਆ ਗਈ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾ ਇੱਕ ਔਰਤ ਸੀ ਝਾੜੂ ਫੇਰਨ ਵਾਲੀ, ਤੇ ਉਹ ਨੌਕਰ ਸੀ ਤੇ ਉਹ ਝਾੜੂ ਫੇਰਦੀ। ਇੱਕ ਦਿਨ ਉਹਨੇ ਆਪਣੇ ਪੁੱਤਰ ਨੂੰ ਲੋਰੀ ਦਿੱਤੀ। ਸਾਧ ਸੰਗਤ, ਉਹਨੇ ਲੋਰੀ ਦਿੱਤੀ, ਉਹਨੇ ਕਿਹਾ ਕਿ ਪੁੱਤਰ ਸੌਂ ਜਾ, ਤੇਰਾ ਜਿਹੜਾ ਸੇਵਕ ਹੈ ਨਾ ਉਹ ਰਣਜੀਤ ਸਿੰਘ ਹੈ, ਰਣਜੀਤ ਸਿੰਘ ਤੇਰਾ ਸੇਵਕ ਹੈ, ਤੇ ਰਣਜੀਤ ਸਿੰਘ ਦੀ ਜਿਹੜੀ ਸੱਸ ਸਦਾ ਕੌਰ ਸੀ ਉਹ ਤੇਰੀ ਦਾਈ ਹੈ। ਇਹ ਸ਼ਬਦ ਉਹਨੇ ਆਪਣੀ ਲੋਰੀ ਦੇ ਵਿੱਚ ਵਰਤੇ। ਜਦੋਂ ਇਹ ਸ਼ਬਦ ਨਾ ਕਿਸੇ ਨੇ ਸੁਣੇ ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਤੇ ਆ ਕੇ। ਮਹਾਰਾਜਾ ਰਣਜੀਤ ਸਿੰਘ ਨੇ ਉਸ ਔਰਤ ਨੂੰ ਬੁਲਾਇਆ, ਵਿਚਾਰੀ ਡਰ ਗਈ ਕਿ ਪਤਾ ਨਹੀਂ ਕੀ ਗੱਲ ਹੋ ਗਈ। ਉਸ ਔਰਤ ਨੂੰ ਬੁਲਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਤੂੰ ਜਿਹੜੇ ਆਪਣੀ ਰਾਤ ਆਪਣੇ ਪੁੱਤਰ ਨੂੰ ਲੋਰੀ ਦਿੱਤੀ ਹੈ ਨਾ, ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਹ ਤੇਰਾ ਸੇਵਕ ਹੈ, ਤੇ ਸਦਾ ਕੌਰ ਜਿਹੜੀ ਉਹ ਤੇਰੀ ਦਾਈ ਹੈ, ਤੇਰੀ ਖਿਡਾਵੀ ਹੈ, ਉਹ ਫੇਰ ਮੈਨੂੰ ਲੋਰੀ ਸੁਣਾ। ਉਸ ਔਰਤ ਨੇ ਡਰਦੀ ਡਰਦੀ ਨੇ ਉਹ ਲੋਰੀ ਸੁਣਾਈ, ਤੇ ਰਣਜੀਤ ਸਿੰਘ ਆਪਣੇ ਤਖਤ ਤੋਂ ਖੜਾ ਹੋ ਕੇ ਉਹਨੇ ਜਾ ਕੇ ਉਸ ਮਾਈ ਦੇ ਪੈਰੀ ਹੱਥ ਲਾ ਕੇ ਕਿਹਾ ਸੀ, ਕਹਿੰਦਾ ਅੱਜ ਮੇਰਾ ਰਾਜ ਸਫਲ ਹੋ ਗਿਆ। ਆਸੇ ਪਾਸੇ ਦੇ ਵਜ਼ੀਰ ਕਹਿੰਦੇ ਆ, ਮਹਾਰਾਜਾ ਰਣਜੀਤ ਸਿੰਘ ਇਹ ਕੀ ਗੱਲ ਹੋਈ, ਤੇਰਾ ਰਾਜ ਕਿਵੇਂ ਸਫਲ ਹੋ ਗਿਆ? ਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਬਦ ਸਨ ਸਾਧ ਸੰਗਤ ਤੋਂ, ਕਹਿੰਦਾ ਜਦੋਂ ਇਹ ਲੋਕ ਸਾਨੂੰ ਆਪਣੇ ਸੇਵਕ ਸਮਝਣ ਲੱਗ ਜਾਣ, ਆਪਣੇ ਖਿਡਾਵੇ ਸਮਝਣ ਲੱਗ ਜਾਣ, ਉਸ ਦਿਨ ਸਮਝ ਲੈਣਾ ਚਾਹੀਦਾ ਕਿ ਰਾਜ ਜਿਹੜਾ ਉਹ ਵਾਕਈ ਸਫਲ ਹੋ ਗਿਆ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਧ ਸੰਗਤ ਕਮਾਲ ਦਾ ਰਾਜ ਸੀ ਸਾਡਾ ਸਿੱਖ ਰਾਜ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਹੋਈ। ਰਹੋ ਵਿਚਾਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਸਾਨੂੰ ਦਿੱਤਾ ਨਾ, ਬੜਾ ਅਮੋਲਕ ਸਿਧਾਂਤ ਹੈ। ਜੇ ਅੱਜ ਦੇ ਸਮੇਂ 'ਚ ਆਪਾਂ ਦੇਖੀਏ ਨਾ, ਆਹ ਦੇਗ ਤੇ ਤੇਗ ਦਾ ਸਿਧਾਂਤ ਇਹੀ ਹੈ। ਪ੍ਰਸ਼ਾਦ ਆਪਾਂ ਵਰਤਾਉਂਦੇ ਹਾਂ ਤੇ ਤੇਗਾਂ ਸਤਿਗੁਰਾਂ ਦੇ ਸਾਹਮਣੇ ਪਈਆਂ। ਜੇ ਕੋਈ ਸਾਧ ਸੰਗਤ ਨਿਮਰਤਾ ਦੇ ਨਾਲ ਗੁਰੂ ਘਰ ਆਉਂਦਾ ਝੁਕ ਕੇ, ਉਹਦੇ ਵਾਸਤੇ ਦੇਗ ਤੇ ਉਹਨੂੰ ਪੱਕੀ ਮਿਲੇਗੀ, ਪਰ ਜੇ ਚੜ੍ਹ ਕੇ ਆਵੇਗਾ ਉਹਦੇ ਵਾਸਤੇ ਸ਼ਸਤਰ ਵੀ ਤਿਆਰ ਹੈ, ਤੇਗ ਵੀ ਤਿਆਰ ਹੈ। ਇਸੇ ਸਾਧ ਸੰਗਤ ਸਿਧਾਂਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਕੋਲ ਇਹ ਸਿਧਾਂਤ ਆਇਆ ਨਾ, ਤੇ ਮਹਾਰਾਜ ਨੇ 4 ਚੰਦ ਲਾ ਦਿੱਤੇ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਮਾਤਾ ਨਾਨਕੀ ਜੀ ਨੂੰ, ਆਪਣੀ ਪਤਨੀ ਨੂੰ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਨਹੀਂ ਸੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੇ ਗੁਰਤਾ ਗੱਦੀ ਜਦੋਂ ਗੁਰੂ ਹਰ ਰਾਏ ਮਹਾਰਾਜ ਨੂੰ ਦੇ ਦਿੱਤੀ ਨਾ, ਸਮਾਂ ਥੋੜਾ ਰਹਿ ਗਿਆ, ਮੈਂ ਸਮੇਂ 'ਚ ਰਹਿ ਕੇ ਸਮਾਪਤੀ ਕਰਾਂ। ਜਦੋਂ ਗੁਰਤਾ ਗੱਦੀ ਗੁਰੂ ਹਰ ਰਾਏ ਮਹਾਰਾਜ ਨੂੰ ਦੇ ਦਿੱਤੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਇਹ ਸਾਰੇ ਸਿੱਖ ਸਮਝਦੇ ਸਨ ਉਹਨਾਂ ਨੂੰ ਗੁਰਤਾ ਗੱਦੀ ਮਿਲੇਗੀ, ਪਰ ਮਿਲੀ ਨਾ। ਜਦੋਂ ਗੁਰਤਾ ਗੱਦੀ ਨਾ ਮਿਲੀ ਤੇ ਰਾਤ ਨੂੰ ਮਾਤਾ ਨਾਨਕੀ ਜੀ ਨੇ ਪ੍ਰਸ਼ਾਦਾ ਜਦੋਂ ਛਕਾਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਮਹਾਰਾਜ ਪ੍ਰਸ਼ਾਦਾ ਛਕਦੇ ਆ ਤੇ ਮਾਤਾ ਨਾਨਕੀ ਜੀ ਪੈਰ ਦੇ ਨਾਲ ਖੁਰਚਦੇ ਆ ਜ਼ਮੀਨ ਥੋੜੀ ਜੀ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਕੀ ਗੱਲ ਹੋਈ, ਕੋਈ ਗੱਲ ਹੈ ਤੇ ਨਾਨਕੀ ਜੀ ਤੁਸੀਂ ਕਹਿ ਦਿਓ। ਉਸ ਸਮੇਂ ਫਿਰ ਕਿਹਾ ਸੀ ਮਾਤਾ ਨਾਨਕੀ ਨੇ ਕਿ ਮੇਰੇ ਪੁੱਤਰ ਤੇਗ ਬਹਾਦਰ ਦਾ ਕੀ ਬਣੂਗਾ, ਕਿਉਂਕਿ ਬੜਾ ਭੋਲਾ ਹੈ ਵਿਚਾਰਾ। ਤੇ ਉਸ ਸਮੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ, ਕਹਿੰਦੇ ਕਿ ਅਸੀਂ 4 ਜੰਗਾਂ ਲੜੀਆਂ, ਪਰ ਇਹਨਾਂ ਦੇ ਘਰੇ ਐਸਾ ਬਲੀ ਪੁੱਤਰ ਪੈਦਾ ਹੋਏਗਾ, ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਨੂੰ 4 ਚੰਦ ਲਾ ਦੇਵੇਗਾ। ਐਸੀਆਂ ਜੰਗਾਂ ਲੜੇਗਾ, ਮੁਗਲਾਂ ਦੇ ਮੂੰਹ ਭੰਨ ਕੇ ਰੱਖ ਦੇਵੇਗਾ। ਉਹੀ ਗੱਲ ਹੋਈ, ਸਮਾਂ ਪਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ। ਫਿਰ ਇਸੇ ਹੀ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਗਤੀ ਤੇ ਸ਼ਕਤੀ ਦਾ ਸਿਧਾਂਤ ਪੈਦਾ ਕਰਕੇ, ਖਾਲਸੇ ਦਾ ਸਿਧਾਂਤ ਪੈਦਾ ਕਰਕੇ, ਉਸੇ ਹੀ ਖੰਡੇ ਦੇ ਨਾਲ, ਉਸੇ ਹੀ ਸ਼ਸਤਰ ਦੇ ਨਾਲ ਮਹਾਰਾਜ ਨੇ ਬਾਣੀ ਪੜ੍ਹ ਕੇ, ਗੁਰਬਾਣੀ ਕੀ ਹੈ ਪੀਰੀ, ਤੇ ਸਾਧ ਸੰਗਤ ਸ਼ਸਤਰ ਕੀ ਹੈ, ਖੰਡਾ ਕੀ ਹੈ ਮੀਰੀ, ਇਕੱਠਾ ਕਰ ਦਿੱਤਾ ਨਾ, ਸੁਮੇਲ ਕਰਕੇ ਮਹਾਰਾਜ ਨੇ। ਤੇ ਫਿਰ ਸਾਨੂੰ ਅੰਮ੍ਰਿਤਧਾਰੀ ਬਣਾ ਕੇ ਸਾਡੇ ਅੰਦਰ ਭਗਤੀ ਤੇ ਸ਼ਕਤੀ ਦੀ ਜਿਹੜੀ ਪੱਕੀ ਦਾਤ ਲਾ ਦਿੱਤੀ। ਅੱਜ ਵੀ ਇਹ ਭਗਤੀ ਤੇ ਸ਼ਕਤੀ ਸਾਡੇ ਅੰਦਰ ਹੈ। ਇਸੇ ਕਰਕੇ ਸਾਧ ਸੰਗਤ ਸਿੱਖ ਜਿੱਥੇ ਵੀ ਰਹਿੰਦਾ ਹੈ ਉਹ ਅਣਖੀ ਸੁਭਾਅ ਦੇ ਨਾਲ ਰਹਿੰਦਾ ਹੈ, ਕਿਸੇ ਤੋਂ ਦੱਬ ਕੇ ਨਹੀਂ ਰਹਿੰਦਾ, ਕਿਉਂਕਿ ਖਾਲਸਾ ਜਾਂ ਤੇ ਬਾਗੀ ਹੈ ਤੇ ਸਾਂ ਸਰਦਾਰ।
ਖਾਲਸਾ ਕਿਸੇ ਦੇ ਅਧੀਨ ਨਹੀਂ ਹੈ। ਖਾਲਸਾ ਇੱਕ ਨਿਰੋਲ ਸ਼ਕਤੀ ਹੈ ਜਿਹੜੀ ਆਜ਼ਾਦ ਹਸਤੀ ਦੀ ਮਾਲਕ ਹੈ। ਸਾਧ ਸੰਗਤ, ਇਹ ਕਿਸੇ ਦੇ ਅਧੀਨ ਨਹੀਂ ਹੈ। ਤੇ ਖਾਲਸੇ ਨੇ ਜਿਨ੍ਹਾਂ ਨੇ ਅੱਜ ਤੱਕ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ, ਸਾਧ ਸੰਗਤ, ਉਹ ਤੇ ਰਹਿ ਗਏ। ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ। 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਦੇਖ ਲਓ। ਜ਼ਕਰੀਆ ਖਾਂ ਵਰਗੇ ਆਏ, ਯਹੀਆ ਖਾਂ ਵਰਗੇ ਆਏ। ਸਾਧ ਸੰਗਤ, ਮੂੰਹ ਤੋੜ ਸਿੱਖਾਂ ਨੇ ਜਵਾਬ ਦਿੱਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਮੇਰੀ ਪੀਰੀ ਦਾ ਸਿਧਾਂਤ ਅੱਜ ਵੀ ਸਾਡੇ ਅੰਦਰ ਸੁਭਾਈਮਾਨ ਹੈ। ਸਿੱਖ ਆਪਣੇ ਆਪ ਦੀ ਜਿਸ ਦਿਨ ਪਛਾਣ ਕਰ ਲਵੇਗਾ ਕਿ ਹਾਂ ਮੈਂ ਸਿੱਖ ਹਾਂ ਤੇ ਮੇਰੇ ਅੰਦਰ ਅਣਖ ਹੈ, ਤੇ ਉਸੇ ਦਿਨ ਪਤਾ ਲੱਗ ਜਾਏਗਾ ਕਿ ਇਹ ਮੇਰੀ ਪੀਰੀ ਦਾ ਸਿਧਾਂਤ ਕੀ ਹੈ ਤੇ ਕਿਵੇਂ ਅਸੀਂ ਇੱਕ ਹਲੀਮੀ ਰਾਜ ਨੂੰ ਪੈਦਾ ਕਰ ਸਕਦੇ ਹਾਂ, ਕਿਵੇਂ ਅਸੀਂ ਜੇ ਲੰਗਰ ਲਾ ਸਕਦੇ ਹਾਂ ਤੇ ਸਾਡੇ ਉੱਤੇ ਚੜ੍ਹ ਕੇ ਆਏ ਨੂੰ ਅਸੀਂ ਤੇਗ ਵੀ ਦੇ ਸਕਦੇ ਹਾਂ। ਤਿਆਰ ਬਰ ਤਿਆਰ ਹੋ ਕੇ ਰਹੀਏ, ਸਤਿਗੁਰਾਂ ਦਾ ਇਹ ਸਿਧਾਂਤ ਫੋਲੋ ਕਰੀਏ। ਸੋ ਰਹੋ ਵਿਚਾਰ ਪਾਵਨ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸੂਹੀ ਰਾਗ ਦੇ ਅੰਦਰ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਏ, ਆਪਣੇ ਗੁਰੂ ਤੋਂ ਬਲਹਾਰਨੇ ਜਾਈਏ। ਕੈਸੇ ਗੁਰੂ ਤੋਂ 8 ਪੈਰ ਹਰ ਹਰ ਜਸ ਗਾਈਏ, ਜਿਹਦੀ ਕਿਰਪਾ ਦੇ ਨਾਲ 8 ਪੈਰ ਉਸ ਹਰੀ ਦਾ ਜਸ ਗਾਉਨੇ ਆ। ਭੈ ਰਹਿਤ ਹੋ ਕਰਕੇ ਗਾਉਨੇ ਆ, ਕਿਸੇ ਤਰ੍ਹਾਂ ਦਾ ਭੈ ਨਹੀਂ ਸਾਡੇ ਅੰਦਰ, ਅਸੀਂ ਭੈ ਰਹਿਤ ਹੋ ਕਰਕੇ ਗਾਉਨੇ ਆ, ਕਿਉਂਕਿ ਅਸੀਂ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਦਾ ਜਸ ਗਾਉਨੇ ਆ। ਆਪਣੇ ਗੁਰੂ ਤੋਂ ਬਲਹਾਰਨੇ ਜਾਣੋ ਸਿੱਖੋ, ਜਿਹਦੀ ਕਿਰਪਾ ਦੇ ਨਾਲ ਹਰੀ ਦਾ ਜਸ ਪ੍ਰਾਪਤ ਹੁੰਦਾ ਹੈ। ਸਿਮਰਾਓ ਸੋ ਪ੍ਰਭ ਆਪਣਾ ਸੁਆਮੀ, ਆਪਣਾ ਸੁਆਮੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਜਿਹੜਾ ਮਾਲਕ ਹੈ, ਉਹਨੂੰ ਸਿਮਰਨਾ ਕਰੋ ਤੇ ਸਗਲ ਘਟਾਕਾ ਅੰਤਰਜਾਮੀ, ਤੁਹਾਡੇ ਘਟਾਂ ਘਟਾਂ ਦੀ ਜਾਣਨ ਵਾਲਾ ਹੈ, ਤੁਹਾਡੇ ਹਿਰਦੇ ਦੀ ਜਾਣਨ ਵਾਲਾ ਰਹਾਓ। ਵਿਸ਼ਰਾਮ ਦੇ ਕੇ ਮਾਰੇ ਕਹਿੰਦੇ ਚਰਨ ਕਮਲ ਸਿਉ ਲਾਗੀ ਪ੍ਰੀਤ, ਜਿਨ੍ਹਾਂ ਦੀ ਪ੍ਰੀਤੀ ਉਸ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਲੱਗੀ, ਉਸ ਗੁਰੂ ਦੇ ਸ਼ਬਦ ਦੇ ਨਾਲ ਲੱਗੀ। ਸਾਚੀ ਪੂਰਨ ਨਿਰਮਲ ਰੀਤ, ਉਹਦੀ ਜਿਹੜੀ ਰੀਤ ਹੈ, ਮਰਿਆਦਾ ਹੈ, ਉਹਦਾ ਅੰਮ੍ਰਿਤ ਵੇਲਾ ਹੈ ਜਿਹੜਾ, ਉਹ ਗੁਰੂ ਘਰ ਆਉਣਾ, ਇਸ਼ਨਾਨ ਪਾਣੀ, ਉਹ ਸਾਰੇ ਪੂਰਨ ਹੋ ਗਿਆ। ਉਹਦੀ ਰੀਤ ਸੱਚੀ ਹੋ ਗਈ, ਨਿਰਮਲ ਹੋ ਗਈ, ਉਹਦੀ ਕਰਨੀ ਨਿਰਮਲ ਹੋ ਗਈ। ਉਹ ਸੰਸਾਰ ਦੇ ਵਿੱਚ ਜਿਹੜੀ ਕਾਰ ਕਰਦਾ ਪਵਿੱਤਰ ਹੋ ਗਈ। ਸੰਤ ਪ੍ਰਸਾਦ ਵਸੈ ਮਨ ਮਾਹੀ, ਤੇ ਪ੍ਰਾਪਤੀ ਕਿਵੇਂ ਹੈ? ਸੰਤਾਂ ਦੇ ਕੋਲ, ਨਾਮ ਜਪਣ ਵਾਲਿਆਂ ਦੇ ਕੋਲੋਂ, ਜਿਹੜੇ ਸੰਗਤ ਕਰਦੇ ਆ ਉਹਨਾਂ ਦੇ ਕੋਲ ਬੈਠਣ ਦੇ ਨਾਲ ਉਹ ਵਾਹਿਗੁਰੂ ਮਨ ਦੇ ਵਿੱਚ ਵਸਦਾ ਹੈ, ਗੁਰੂ ਮਨ 'ਚ ਵਸਦਾ ਹੈ। ਜਨਮ ਜਨਮ ਕੇ ਕਿਲ ਵਿਖ ਜਾਹੀ, ਜਦੋਂ ਗੁਰੂ ਹਿਰਦੇ 'ਚ ਵਸਦਾ ਹੈ, ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲ ਵਿਖ ਭਾਵ ਜਿਹੜੇ ਪਾਪ ਹਨ ਉਹ ਨਾਸ਼ ਹੋ ਜਾਂਦੇ ਆ ਜਦੋਂ ਹਿਰਦੇ 'ਚ ਵਾਹਿਗੁਰੂ ਦੀ ਲਖਿਆਤਾ ਆਉਂਦੀ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਇਹ ਵਾਹਿਗੁਰੂ ਜੀ ਸਾਡੇ ਉੱਤੇ ਵੀ ਕਿਰਪਾ ਕਰੋ, ਐਸੀ ਕਿਰਪਾ ਕਰੋ ਹੇ ਦੀਨਾਂ ਉੱਤੇ ਦਇਆ ਕਰਨ ਵਾਲੇ, ਦਿਆਲਤਾ ਦੇ ਘਰ ਪਰਮੇਸ਼ਰ ਅਕਾਲ ਪੁਰਖ ਜੀ। ਨਾਨਕ ਮੰਗੈ ਸੰਤਰ ਵਾਲਾ, ਅਸੀਂ ਸੰਤਾਂ ਦੀ, ਗੁਰਮੁਖ ਪਿਆਰਿਆਂ ਦੀ ਚਰਨ ਧੂੜ ਮੰਗਦੇ ਹਾਂ, ਜਿਹੜੇ ਆਪ ਜੀ ਨੂੰ ਜਪਦੇ ਹਨ। ਸਾਨੂੰ ਵੀ ਉਹਨਾਂ ਦੇ ਨਾਲ ਜਪਣ ਦੀ ਜਿਹੜੀ ਦਾਤ, ਉਹਨਾਂ ਦੇ ਨਾਲ ਬੈਠਣ ਦੀ ਦਾਤ ਸਾਨੂੰ ਵੀ ਪ੍ਰਾਪਤ ਹੋਵੇ। ਸਤਿਗੁਰੂ ਜੀ ਰਹਿਮਤ ਕਰਨ। ਇਹ ਪਾਵਨ ਸ਼ਬਦ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ, ਜਿੱਥੇ ਆਪ ਜੀ ਸਾਧ ਸੰਗਤ ਅੱਜ ਪਾਵਨ ਸ਼ਬਦ ਦੀ ਵਿਚਾਰ ਸੁਣੀ ਹੈ, ਉੱਥੇ ਹੀ ਸਾਧ ਸੰਗਤ ਅੱਜ ਇਹ ਮੇਰੀ ਪੀਰੀ ਦਾ ਜਿਹੜਾ ਸਿਧਾਂਤ ਹੈ, ਤੇ ਸਾਧ ਸੰਗਤ ਇਹ ਅਕਾਲ ਤਖਤ ਸਾਹਿਬ ਦੀ ਸਿਰਜਣਾ, ਇਹ ਵੀ ਮੇਰੀ ਪੀਰੀ ਦੇ ਸਿਧਾਂਤ ਦੇ ਵਿੱਚ ਹੀ ਆਉਂਦੀ ਹੈ, ਕਿਉਂਕਿ ਸਤਿਗੁਰਾਂ ਨੇ ਇਹ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਮਹਾਰਾਜ ਨੇ ਬੈਠ ਕਰਕੇ ਢਾਡੀ ਵਾਰਾਂ ਜਦੋਂ ਸਰਵਣ ਕਰਨੀਆਂ ਸ਼ੁਰੂ ਕੀਤੀਆਂ, ਨੱਥਾ ਤੇ ਅਬਦੁੱਲਾ ਨਾਮ ਦਾ ਢਾਡੀ ਸਾਧ ਸੰਗਤ ਬੜੇ ਪ੍ਰਸਿੱਧ ਹੈ ਇਤਿਹਾਸ ਦੇ ਵਿੱਚ। ਉਹਨਾਂ ਨੇ ਫਿਰ ਗਾਵਿਆ, ਉਹਨਾਂ ਨੇ ਕਿਹਾ ਕਿ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਵਦ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਇੱਥੋਂ ਤੱਕ ਕਹਿ ਦਿੱਤਾ ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਦਾ ਕੀ ਮੁੱਲ ਆ? ਮਹਾਰਾਜ ਤੁਹਾਡੀ ਪਗੜੀ ਉੱਚੀ ਆ। ਇੰਨੀਆਂ ਸਾਧ ਸੰਗਤ ਜਿਹੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਵਡਿਆਈਆਂ ਦਿੱਤੀਆਂ, ਇਹ ਖਾਲਸੇ ਬਣਾ ਕੇ ਮਹਾਰਾਜ ਨੇ ਸਾਡੇ ਅੰਦਰ ਇਹ ਜੋ ਵੀ ਸਤਿਗੁਰਾਂ ਨੇ ਕਮਾਇਆ ਸੀ ਨਾ, 10 ਗੁਰੂ ਸਾਹਿਬਾਨਾਂ ਨੇ, ਭਗਤੀ, ਸ਼ਕਤੀ, ਨਿਮਰਤਾ, ਸੱਚ, ਬਾਣੀ, ਬੰਦਗੀ, ਇਹ ਸਾਰਾ ਕੁਝ ਮਹਾਰਾਜ ਨੇ ਸਾਨੂੰ ਦੇ ਦਿੱਤਾ। ਅੱਜ ਤੱਕ ਸਾਧ ਸੰਗਤ ਕੋਈ ਵੀ ਐਸਾ ਜਿਹੜਾ ਹੈ ਨਾ ਗੁਰੂ ਪੀਰ ਨਹੀਂ ਆਇਆ ਜਿਹਨੇ ਆਪਣੇ ਸਿੱਖਾਂ ਨੂੰ ਇੰਨੀਆਂ ਵਡਿਆਈਆਂ ਦਿੱਤੀਆਂ ਹੋਣ। ਨਹੀਂ ਤੇ ਜਿੰਨੇ ਵੀ ਹੋਏ ਆ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਸਾਡੇ ਚੇਲੇ ਹੋ, ਚੇਲੇ ਹੀ ਰਹੋਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੰਜਾਂ ਦੇ ਸਾਹਮਣੇ ਆਪਣੇ ਹੱਥ ਕਰਕੇ ਕਹਿੰਦੇ, ਮਹਾਰਾਜ ਕਹਿੰਦੇ ਖਾਲਸਾ ਜੀ ਮੈਨੂੰ ਵੀ ਆਪਣਾ ਰੂਪ ਬਣਾ ਲਓ। ਇਸੇ ਕਰਕੇ ਤੇ ਸਿਧਾਂਤ ਹੈ ਨਾ ਸਾਡੇ ਅੰਦਰ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਉਹ ਗੁਰੂ ਚੇਲਾ ਹੈ। ਜਿੰਨੀਆਂ ਵਡਿਆਈਆਂ ਜਿੰਨੀਆਂ ਬਖਸ਼ਾਂ ਉਸ ਅਕਾਲ ਪੁਰਖ ਦੇ ਦਰ ਤੋਂ 10 ਗੁਰੂ ਸਾਹਿਬਾਨਾਂ ਨੇ ਲਈਆਂ, ਉਨੀਆਂ ਬਖਸ਼ਿਸ਼ਾਂ ਉਦੋਂ ਵਧੇਰੇ ਬਖਸ਼ਿਸ਼ਾਂ ਸਾਨੂੰ ਬਖਸ਼ਿਸ਼ ਕਰ ਦਿੱਤੀਆਂ। ਤੇ ਸਾਧ ਸੰਗਤ ਅੱਜ ਸਾਨੂੰ ਇਹ ਵਿਰਸਾ ਪਛਾਣਨ ਦੀ ਲੋੜ ਹੈ। ਅੱਜ ਅਸੀਂ ਆਪਣੀ ਕਿਰਪਾਨ ਭੁੱਲਦੇ ਜਾਂਦੇ ਹਾਂ, ਆਪਣੀ ਕਿਰਪਾਨ ਨਹੀਂ ਪਹਿਨਦੇ। ਕਈ ਤੇ ਸਾਧ ਸੰਗਤ ਐਸੇ ਹੈ ਅੰਮ੍ਰਿਤਧਾਰੀ ਹੋ ਕਰਕੇ ਕਿਰਪਾਨ ਨਹੀਂ ਪਹਿਨਦੇ। ਤੇ ਸਾਧ ਸੰਗਤ ਜੋ ਗੁਰ ਗੋਪੇ ਆਪਣਾ ਤੇ ਸਠੌਰ ਨਾ ਠਾਓ। ਮਹਾਰਾਜ ਕਹਿੰਦੇ ਜਿਹੜਾ ਆਪਣਾ ਗੁਰੂ ਨੂੰ ਲੁਕਾਉਂਦਾ, ਇਹ ਗੁਰੂ ਵੱਲੋਂ ਬਖਸ਼ੀ ਜੇ ਕਕਾਰ, ਕਿਉਂਕਿ ਇਹ ਸਾਡਾ ਸਿਧਾਂਤ ਹੈ। ਜੇ ਹੁਣ ਹਰ ਕੋਈ ਧਰਮ ਵਾਲਾ ਆਪਣੇ ਚਿੰਨ੍ਹ ਪਹਿਨ ਕੇ ਚਾਹੁੰਦਾ ਹੈ ਤੇ ਸਾਧ ਸੰਗਤ ਉਹਨੂੰ ਕੋਈ ਰੋਕਦਾ ਨਹੀਂ। ਪਰ ਜੇ ਕਿਰਪਾਨ ਪੈਂਦੀ ਕਈ ਵਾਰੀ ਰੋਕ ਲੈਂਦੇ ਆ। ਪਰ ਜਿਹੜਾ ਸਿੱਖ ਨੂੰ ਪਤਾ ਹੈ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਕਿਰਪਾਨ ਹੈ ਤੇ ਸਾਧ ਸੰਗਤ ਉਹਦੇ ਵਾਸਤੇ, ਉਹ ਹੱਕ ਦੇ ਵਾਸਤੇ ਲੜਦੇ ਵੀ ਆ। ਅੱਜ ਵੀ ਬਾਹਰਲੇ ਮੁਲਕਾਂ ਤੁਸੀਂ ਜਾਂਦੇ ਹੋ, ਕਿਤੇ ਸਾਡੀ ਪਗੜੀ ਤੋਂ ਰੌਲਾ ਪੈ ਜਾਂਦਾ, ਕਦੇ ਸਾਡੀ ਕਿਰਪਾਨ ਤੋਂ ਰੌਲਾ ਪੈ ਜਾਂਦਾ, ਪਰ ਸਿਦਕਵਾਨ ਸਿੱਖ ਫਿਰ ਵੀ ਉੱਥੇ ਕਿਸੇ ਨਾ ਕਿਸੇ ਢੰਗ ਦੇ ਨਾਲ ਕਾਨੂੰਨੀ ਲੜਾਈ ਲੜ ਕੇ ਕਈ ਜਗ੍ਹਾ ਦੇ ਉੱਤੇ ਇਸ ਕਿਰਪਾਨ ਨੂੰ ਵੀ ਮਾਨਤਾ ਦਵਾ ਦਿੰਦੇ ਆ ਤੇ ਕਈ ਜਗ੍ਹਾ ਦੇ ਉੱਤੇ ਪਗੜੀ ਨੂੰ ਵੀ ਮਾਨਤਾ ਦਵਾਈ ਹੈ। ਤੇ ਇਹ ਸਾਧ ਸੰਗਤ, ਇਹ ਸਾਰਾ ਕੁਝ ਸਾਨੂੰ ਮਿਲਿਆ ਕਿਤੋਂ? ਸਾਡੇ ਗੁਰੂ ਸਾਹਿਬਾਨਾਂ ਤੋਂ ਮਿਲਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਡੇ ਉੱਤੇ ਬਖਸ਼ਿਸ਼ਾਂ ਕੀਤੀਆਂ ਹਨ। ਸੋ ਸਤਿਗੁਰੂ ਰਹਿਮਤ ਕਰਨ ਉਪਦੇਸ਼ ਸਤਿਗੁਰਾਂ ਦਾ ਹਿਰਦੇ ਵਿੱਚ ਵਸੇ। ਆਪਣੇ ਵਿਰਸੇ ਨੂੰ ਪਛਾਣੀਏ, ਨਾਮ ਬਾਣੀ ਬੰਦਗੀ ਸਿਮਰਨ ਦੇ ਨਾਲ ਜੁੜ ਕੇ ਭਗਤੀ ਸ਼ਕਤੀ ਦਾ ਸੁਮੇਲ ਜੋ ਸਤਿਗੁਰਾਂ ਨੇ ਦਿੱਤਾ ਹੈ ਉਹਨੂੰ ਪਛਾਣ ਕੇ ਤਿਆਰ ਬਰ ਤਿਆਰ ਹੋ ਕੇ ਖਾਲਸੇ ਸਜੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ।